ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇਸ ਮੰਚ ਤੇ। ਔਰ ਅੱਜ ਖਾਸ ਤੌਰ ਤੇ ਸਾਡੇ ਨਾਲ ਸਟੂਡੀਓ ਵਿੱਚ ਜੁੜੇ ਨੇ ਜੁਪੀਟਰ ਅਕੈਡਮੀ ਤੋਂ ਵੀਜ਼ਾ ਮਾਹਰ ਨਰਪਤ ਸਿੰਘ ਬੱਬਰ। ਜੁਪੀਟਰ ਅਕੈਡਮੀ ਦੀ ਗੱਲ ਕਰ ਲਈਏ ਤਾਂ ਪਹਿਲਾਂ ਬਹੁਤ ਸਾਰੇ ਸ਼ੋਜ਼ ਅਸੀਂ ਕੀਤੇ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ। ਅੱਜ ਮਾਰਕੀਟ ਦੇ ਵਿੱਚ ਯੂਕੇ ਜਾਣ ਲਈ ਬੱਚਾ ਬਹੁਤ ਜ਼ਿਆਦਾ ਉਤਾਵਲਾ ਹੈ, ਯੂਕੇ ਵੀਜ਼ਾ ਵੀ ਕਰਦੇ ਨੇ। ਅੱਜ ਪੰਜਾਬ ਦਾ ਬੱਚਾ ਯੂਕੇ ਨੂੰ ਕਿਉਂ ਰੁਖ ਕਰ ਰਿਹਾ, ਜਿਸ ਬਾਰੇ ਚਰਚਾ ਕਰਾਂਗੇ। ਇੱਕ ਕਾਰਨ ਤਾਂ ਸਾਹਮਣੇ ਨਜ਼ਰ ਆ ਰਿਹਾ ਕਿ ਕੈਨੇਡਾ ਜਾਣਾ ਤੇ ਆਈਲੈਟਸ ਦੇ 6 ਇਵੈਂਟ ਚਾਹੀਦੇ ਆ, ਪਰ ਆਈਲੈਟਸ ਹੋ ਹੀ ਨਹੀਂ ਪਾ ਰਹੀ। ਸੈਂਟਰ ਬੰਦ ਪਏ ਆ, ਵੀਜ਼ੇ ਪੇਪਰ ਜਿਹੜੇ ਉਹ ਭਰੇ ਨਹੀਂ ਜਾ ਰਹੇ ਆਇਲਸ ਦੇ। ਜੇ ਭਰੇ ਵੀ ਜਾਂਦੇ ਤੇ 30 ਸੀਟਾਂ ਦੀ ਜਿਹੜੀ ਆ ਉਹ ਮਨਜ਼ੂਰੀ ਦਿੱਤੀ ਗਈ ਹੈ। ਸੋ ਬੱਚਾ ਆਇਲਸ ਨਹੀਂ ਕਰ ਪਾ ਰਿਹਾ, ਜੇ ਅਪੀਅਰ ਵੀ ਹੁੰਦਾ ਤੇ ਪ੍ਰੋਪਰ ਬੈਂਡ ਨਹੀਂ ਆ ਰਹੇ। ਸੋ ਇਸ ਕਰਕੇ ਬੱਚਾ ਹੁਣ ਯੂਕੇ ਨੂੰ ਤਰਜੀਹ ਦੇ ਰਿਹਾ। ਹੋਰ ਕੀ ਕਾਰਨ ਨੇ, ਯੂਕੇ ਕਿਉਂ ਜਾਇਆ ਜਾਵੇ, ਕਿਹੜਾ ਬੱਚਾ ਯੂਕੇ ਜਾ ਸਕਦਾ ਹੈ, ਭਵਿੱਖ ਕੀ ਹੈ ਯੂਕੇ ਦੇ ਵਿੱਚ, ਇਹਨਾਂ ਗੱਲਾਂ ਦੀ ਚਰਚਾ ਕਰਾਂਗੇ ਨਰਪਤ ਸਿੰਘ ਬੱਬਰ ਹੋਣਾ ਦੇ ਨਾਲ। ਨਰਪਤ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਮਨੀਸ਼ ਜੀ, ਔਰ ਪ੍ਰੋਗਰਾਮ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਨਰਪਤ ਜੀ, ਪੰਜਾਬ ਤੋਂ ਬਾਹਰ ਜਾ ਕੇ ਪੜ੍ਹਾਈ ਕਰਨ ਦਾ ਜਿਹੜਾ ਰੁਝਾਨ ਆ ਬਾਹਰਲੇ ਮੁਲਕਾਂ ਦੇ ਵਿੱਚ ਜੀ ਬੱਚਿਆਂ ਦੇ ਵਿੱਚ ਬਹੁਤ ਪੁਰਾਣਾ। ਕੈਨੇਡਾ ਨੂੰ ਤਰਜੀਹ ਦਿੰਦੇ ਸੀ ਪਹਿਲਾਂ। 2008-9 ਦੀ ਗੱਲ ਕਰ ਲਈਏ ਤਾਂ ਯੂਕੇ ਬਹੁਤ ਚਰਚਾ ਦੇ ਵਿੱਚ ਆਇਆ ਸੀ, ਪਰ ਕੁਝ ਕਾਰਨਾਂ ਕਰਕੇ ਯੂਕੇ ਜਾਣਾ ਬੱਚਾ ਬੰਦ ਕਰ ਗਿਆ। ਫਿਰ ਕੈਨੇਡਾ SPP ਆਇਆ, ਅਸਤਿਤਵ ਦੇ ਵਿੱਚ ਹੋਂਦ 'ਚ ਆਇਆ। ਉਸ ਤੋਂ ਬਾਅਦ ਆਸਟ੍ਰੇਲੀਆ ਆ ਗਿਆ, ਨਿਊਜ਼ੀਲੈਂਡ ਆ ਗਿਆ, ਅਮਰੀਕਾ ਆ ਗਿਆ। ਫਿਰ ਤੋਂ ਸਤੰਬਰ 2019 ਦੇ ਵਿੱਚ ਯੂਕੇ ਨੇ ਪੰਜਾਬ ਤੋਂ ਬੱਚੇ ਇਨਵਾਈਟ ਕਰਨੇ ਸ਼ੁਰੂ ਕਰ ਦਿੱਤੇ, ਸ਼ਾਇਦ ਬ੍ਰੈਗਜ਼ਿਟ ਕਰਕੇ ਸ਼ੁਰੂ ਕਰ ਦਿੱਤੇ। ਕੁਝ ਲੋਕ ਕਹਿੰਦੇ ਜੀ ਯੂਕੇ ਨੂੰ ਹੁਣ ਫਾਈਨੈਂਸ਼ੀਅਲੀ ਪ੍ਰੋਬਲਮ ਆ ਗਈ ਸੀ, ਇਸ ਕਰਕੇ ਇੰਟਰਨੈਸ਼ਨਲ ਸਟੂਡੈਂਟ ਦੀ ਲੋੜ ਪੈ ਗਈ। ਹਰ ਇੱਕ ਜਿਹੜਾ ਕੰਸਲਟੈਂਟ ਆ ਉਹ ਆਪਣੇ ਤਰੀਕੇ ਨਾਲ ਇਸ ਚੀਜ਼ ਨੂੰ ਬਿਆਨ ਕਰਦਾ ਹੈ। ਤੁਸੀਂ ਕੀ ਮੰਨਦੇ ਹੋ? ਇੱਕ ਪੰਜਾਬ ਤੋਂ ਬੱਚੇ ਨੂੰ ਹੁਣ ਯੂਕੇ ਇਨਵਾਈਟ ਕਰਨਾ ਸ਼ੁਰੂ ਕਰ ਦਿੱਤਾ, ਪਹਿਲਾਂ ਆਈਲੈਟਸ ਵੀ ਮਾਫ ਕਰਤੀ, ਨੰਬਰ ਵੀ ਘੱਟ ਦੇ ਇਨਵਾਈਟ ਕਰਨਾ ਸ਼ੁਰੂ ਕਰਤਾ ਕਿ ਨੰਬਰ ਘੱਟ ਆ ਤਾਂ ਵੀ ਯੂਕੇ ਪੜ੍ਹਨ ਆ ਜਾਓ। ਪੰਜਾਬ ਦਾ ਬੱਚਾ ਯੂਕੇ ਨੂੰ ਪੈਸੇ ਦੀ ਲੋੜ ਆ, ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟ ਨੂੰ ਬੁਲਾਉਣਾ ਸ਼ੁਰੂ ਕਰਤਾ। ਪੰਜਾਬ ਦਾ ਬੱਚਾ ਕੀ ਸੋਚ ਕੇ ਯੂਕੇ ਜਾਵੇ, ਕੀ ਭਵਿੱਖ ਕੀ ਨਜ਼ਰ ਆਉਂਦਾ ਯੂਕੇ ਦੇ ਵਿੱਚ? ਮਨੀਸ਼ ਜੀ, ਜਿਹੜਾ ਬਾਹਰ ਜਾਣ ਦਾ ਰੁਝਾਨ ਆ ਇਹ ਸ਼ੁਰੂ ਹੀ ਯੂਕੇ ਤੋਂ ਹੋਇਆ। ਜੇ ਆਪਾਂ ਇਤਿਹਾਸ ਫਰੋਲ ਕੇ ਵੇਖ ਲਈਏ ਤਾਂ ਅੱਜ ਜੇ ਆਪਾਂ ਗੱਲ ਕਰੀਏ, ਆਸਟ੍ਰੇਲੀਆ ਸਾਡੀ ਇੱਕੋ ਹੀ ਜਨਰੇਸ਼ਨ ਗਈ ਹੈ, ਕੈਨੇਡਾ 2 ਜਨਰੇਸ਼ਨਸ ਜਾ ਚੁੱਕੀਆਂ, ਔਰ ਯੂਕੇ ਤੁਸੀਂ ਦੇਖੋ ਕਿ ਆਜ਼ਾਦੀ ਤੋਂ ਪਹਿਲਾਂ ਸਾਡੇ ਜਿਹੜੇ ਇੱਥੇ ਦੇ ਬਸ਼ਿੰਦੇ ਹੈਗੇ ਆ ਉਹ ਯੂਕੇ ਪੜ੍ਹਨ ਜਾਂਦੇ ਰਹੇ ਆ, ਜਿਹਦੇ ਵਿੱਚੋਂ ਬਹੁਤ ਸਾਰੀਆਂ ਮਾਇਨਾਜ਼ ਹਸਤੀਆਂ ਦੇ ਨਾਮ ਪੰਡਿਤ ਜਵਾਹਰ ਲਾਲ ਨਹਿਰੂ ਹੋ ਗਏ ਜਾਂ ਡਾਕਟਰ ਭੀਮ ਰਾਓ ਅੰਬੇਦਕਰ ਹੋ ਗਏ, ਇਹ ਵੀ ਯੂਕੇ ਤੋਂ ਪੜ੍ਹੇ ਹੋਏ ਆ। ਸੋ ਯੂਕੇ ਅੱਜ ਦਾ ਬੱਚਾ ਨਹੀਂ ਜਾ ਰਿਹਾ, ਯੂਕੇ ਬਹੁਤ ਦਹਾਕਿਆਂ ਤੋਂ ਸਾਡੇ ਲੋਕ ਪੜ੍ਹਨ ਜਾ ਰਹੇ ਆ। ਆਪਾਂ ਕਹੀਏ ਕਿ ਬੱਚਿਆਂ ਨੇ ਕੈਨੇਡਾ ਜਾਣਾ ਸ਼ੁਰੂ ਕਰਤਾ, ਨਹੀਂ, ਯੂਕੇ ਨੇ ਵੀਜ਼ਾਸ ਦੇਣੇ ਬੰਦ ਕਰ ਦਿੱਤੇ, ਯੂਕੇ ਨੇ ਸਟੂਡੈਂਟਸ ਨੂੰ ਇਨਵਾਈਟ ਕਰਨਾ ਬੰਦ ਕਰ ਦਿੱਤਾ। ਇਸ ਕਰਕੇ ਰੁਖ ਕੈਨੇਡਾ ਵੱਲ ਨੂੰ ਹੋਇਆ। ਔਰ ਅੱਜ ਦੀ ਡੇਟ 'ਚ ਜੇ ਮੈਂ ਅਜੋਕੇ ਸਮੇਂ ਦੀ ਗੱਲ ਕਰਾਂ ਤਾਂ ਕੈਨੇਡਾ ਦਾ ਰੁਝਾਨ ਸਿਰਫ ਇਸ ਕਰਕੇ ਹੈ ਕਿ ਕੈਨੇਡਾ ਬੱਚਿਆਂ ਨੂੰ PR ਦੀ ਆਪਸ਼ਨ ਦੇ ਰਿਹਾ। ਔਰ ਜੇ ਤੁਸੀਂ ਮੇਰੀ ਫੇਸਬੁੱਕ ਟਾਈਮਲਾਈਨ ਨੂੰ ਸਕਰੋਲ ਕਰੋਗੇ ਤਾਂ ਮੈਂ ਕਦੇ ਵੀ ਯੂਕੇ ਨੂੰ ਪ੍ਰਮੋਟ ਨਹੀਂ ਕੀਤਾ। ਪਹਿਲੀ ਵਾਰੀ ਮੈਂ ਯੂਕੇ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ ਉਹ ਸਿਰਫ ਇਸ ਕਰਕੇ ਕਿ ਯੂਕੇ ਵੀ ਇਸ ਵੇਲੇ PR ਦੇਣ ਦੇ ਉਹਦੇ ਅਸਾਰ ਨਜ਼ਰ ਆ ਰਹੇ ਆ ਕਿ ਯੂਕੇ ਪੁਆਇੰਟ ਬੇਸ ਸਿਸਟਮ ਜਿਹੜਾ 70 ਪੁਆਇੰਟਸ ਦਾ ਇਹਨਾਂ ਨੇ ਜਨਵਰੀ 2021 ਤੋਂ ਸ਼ਾਇਦ ਸੁਣਨ ਚ ਆ ਰਿਹਾ ਜੀ। ਇਹ ਜਿੱਦਾਂ ਤੁਸੀਂ ਪਹਿਲਾਂ ਮੈਂਸ਼ਨ ਕਰ ਚੁੱਕੇ ਹੋ ਬ੍ਰੈਗਜ਼ਿਟ, ਜਿਹੜਾ ਯੂਕੇ ਔਰ ਯੂਰਪੀਅਨ ਯੂਨੀਅਨ ਦੀ ਜਿਹੜੀ ਟ੍ਰੀਟੀ ਹੈਗੀ ਹੈ, ਇਹਨਾਂ ਦੀ ਕਮਰਸ ਟ੍ਰੀਟੀ ਜਿਹੜੀ ਸੀਗੀ ਉਹ 1 ਜਨਵਰੀ 2021 ਤੱਕ ਪੂਰੀ ਤਰ੍ਹਾਂ ਜੜੋਂ ਖਤਮ ਹੋ ਜਾਣੀ ਹੈ। ਸੋ ਜਦੋਂ ਵੀ ਕਿਸੇ ਕੰਟਰੀ ਨੂੰ ਪੈਸੇ ਦੀ ਲੋੜ ਪੈਂਦੀ ਹੈ, ਜਦੋਂ ਉਹਨਾਂ ਨੂੰ ਯੰਗ ਬਲੱਡ ਦੀ ਲੋੜ ਪੈਂਦੀ ਹੈ, ਤਾਂ ਉਹਨਾਂ ਨੂੰ ਸਟੂਡੈਂਟਸ ਦੀ ਸਭ ਤੋਂ ਆਪਸ਼ਨ ਜਿਹੜੀ ਹੈ ਈਜ਼ੀ ਲੱਗਦੀ ਹੈ। ਤਾਂ ਹੁਣ ਯੂਰਪੀਅਨ ਯੂਨੀਅਨ ਤੋਂ ਯੂਕੇ ਨੂੰ ਵਰਕਫੋਰਸ ਜਾਣੀ ਬੰਦ ਹੋ ਗਈ ਜਾਂ ਸਟੂਡੈਂਟਸ ਜਾਣੇ ਬੰਦ ਹੋ ਗਏ। ਇਹ ਉਹਨਾਂ ਨੂੰ ਪਤਾ ਆ ਕਿ ਉਹਨਾਂ ਨੇ ਕਿਉਂ ਸ਼ੁਰੂ ਕੀਤਾ ਤਾਂ ਕਿਉਂ ਬੰਦ ਕੀਤਾ। ਪਰ ਅੱਜ ਦੀ ਡੇਟ 'ਚ ਗੱਲ ਜਿਹੜੀ ਹੈਗੀ ਆ ਉਹ ਬੜੀ ਸਪਸ਼ਟ ਆ ਕਿ ਸਾਊਥ ਈਸਟ ਏਸ਼ੀਆ ਯਾਨੀ ਕਿ ਇੰਡੀਆ, ਪਾਕਿਸਤਾਨ, ਨੇਪਾਲ, ਇੱਥੋਂ ਦੇ ਜਿਹੜੇ ਸਟੂਡੈਂਟਸ ਹੈਗੇ ਆ ਇਹਨਾਂ ਨੂੰ ਪਹਿਲ ਦਿੱਤੀ ਜਾਊਗੀ, ਤਰਜੀਹ ਇਹਨਾਂ ਨੂੰ ਦਿੱਤੀ ਜਾਊਗੀ। ਸੋ ਯੂਕੇ ਅੱਜ ਦੇ ਨਹੀਂ, ਸਾਡੇ ਲੋਕ ਬਹੁਤ ਸਾਲਾਂ ਦੇ ਜਾ ਰਹੇ ਆ। ਨਹੀਂ, ਠੀਕ ਹੈ, ਯੂਕੇ ਨੂੰ ਲੋੜ ਸੀ ਪੰਜਾਬੀਆਂ ਦੀ ਜਾਂ ਇੰਡੀਅਨ ਸਟੂਡੈਂਟ ਦੀ ਜਾਂ ਇੰਟਰਨੈਸ਼ਨਲ ਸਟੂਡੈਂਟ ਦੀ, ਉਹਨੇ ਹਾਂ ਕਰਤੀ ਜੀ ਹੁਣ ਆ ਜਾਓ। ਜਦੋਂ ਨਹੀਂ ਲੋੜ ਸੀ ਉਦੋਂ 12-13 ਦੇ ਵਿੱਚ ਬੰਦ ਕਰ ਦਿੱਤਾ ਕਿ ਕਾਲਜਿਸ ਬਲੈਕ ਲਿਸਟ ਕਰਤੇ ਕਿ ਚਲੋ ਜੀ ਹੁਣ ਜਿਹੜੇ ਜਿਹਨਾਂ ਦੇ ਕਾਲਜ ਬਲੈਕ ਲਿਸਟ ਹੋ ਗਏ ਵਾਪਸ ਮੁੜ ਜਾਓ ਆਪਣੇ ਮੁਲਕਾਂ ਦੇ ਵਿੱਚ। ਬਹੁਤ ਸਾਰੇ ਲੋਕ ਤਾਂ ਮੁੜ ਕੇ ਵੀ ਆ ਗਏ, ਬਹੁਤ ਸਾਰੇ ਉੱਥੇ ਸੈੱਟ ਹੋ ਗਏ। ਹੁਣ ਦੁਬਾਰਾ ਸਾਨੂੰ ਪੈਸੇ ਦੀ ਲੋੜ ਪਈ, ਸਾਡੇ ਆਰਥਿਕ ਹਾਲਾਤ ਮਾੜੇ ਹੋ ਗਏ, ਸਾਨੂੰ ਲੱਗਾ ਕਿ ਆਰਥਿਕ ਹਾਲਾਤ ਸੀ ਤਾਂ ਇੰਟਰਨੈਸ਼ਨਲ ਸਟੂਡੈਂਟ ਨਾਲ ਚੰਗੇ ਹੋ ਸਕਦੇ ਆ, ਦੁਰਸਤ ਹੋ ਸਕਦੇ ਆ, ਤਾਂ ਅਸੀਂ ਕਹਤਾ ਜੀ ਫਿਰ ਇੰਟਰਨੈਸ਼ਨਲ ਸਟੂਡੈਂਟ ਆ ਜਾਓ। ਪਰ ਪੰਜਾਬ ਦਾ ਬੱਚਾ ਕੀ ਸੋਚ ਕੇ ਜਾਵੇ? ਕੱਲ ਨੂੰ ਪੰਜਾਬ ਦਾ ਬੱਚਾ ਯੂਕੇ ਜਾਊਗਾ ਪੜ੍ਹਨ ਨੂੰ, ਫਿਰ ਉਹ ਕਹਿੰਦੇ ਨਹੀਂ ਸਾਨੂੰ ਲੋੜ ਨਹੀਂ, ਤੁਸੀਂ ਵਾਪਸ ਆਪਣੇ ਮੁਲਕ ਚਲ ਜਾਓ। ਦੇਖੋ, 2 ਗੱਲਾਂ।
ਲੋੜ ਉਹਨਾਂ ਨੂੰ ਪਹਿਲਾਂ ਵੀ ਸੀਗੀ, ਅੱਜ ਵੀ ਹੈਗੀ ਆ। ਉਹ ਪਹਿਲਾਂ ਇੰਡੀਅਨ ਸਟੂਡੈਂਟਸ ਤੋਂ ਜਾਂ ਸਾਊਥ ਈਸਟ ਏਸ਼ੀਆ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਤੋਂ ਪੂਰੀ ਹੋ ਰਹੀ ਸੀਗੀ, ਉਸ ਤੋਂ ਬਾਅਦ ਯੂਰਪੀਅਨ ਯੂਨੀਅਨ ਤੋਂ ਪੂਰੀ ਹੋ ਰਹੀ ਸੀਗੀ। ਅੱਜ ਫਿਰ ਉਹਨਾਂ ਦਾ ਰੁਖ ਸਾਊਥ ਈਸਟ ਏਸ਼ੀਆ ਵੱਲ ਨੂੰ ਕਿਉਂ ਹੋਇਆ? ਉਹਦਾ ਕਾਰਨ ਕੀ ਹੈ? ਦੇਖੋ, ਰਾਣੀ ਵੀ ਇਹ ਸਟੇਟਮੈਂਟ ਦੇ ਚੁੱਕੀ ਹੈ, ਜੇ ਪੰਜਾਬੀ ਯੂਕੇ ਦੇ ਵਿੱਚ ਨਾ ਹੋਣ ਤਾਂ ਯੂਕੇ ਦੀ ਇਕਨੋਮੀ ਖੜ ਜਵੇ, ਸਾਡੇ ਤੋਂ ਇਕਨੋਮੀ ਨਹੀਂ ਚਲਾਈ ਜਾ ਸਕਦੀ ਕੱਲਿਆਂ ਤੋਂ। ਸੋ ਮੱਛੀ ਪੱਥਰ ਚੱਟ ਕੇ ਵਾਪਸ ਮੁੜਦੀ ਹੁੰਦੀ ਹੈ। ਜੇ ਉਹ ਵਾਪਸ ਆ ਰਹੇ ਆ ਤਾਂ ਹੋ ਸਕਦਾ ਉਹਨਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਹੋਵੇ। ਪੰਜਾਬੀ ਬੱਚਾ ਕੀ ਸੋਚ ਕੇ ਯੂਕੇ ਜਾਵੇ? ਅਸੀਂ ਜਿਵੇਂ ਬਾਰ-ਬਾਰ ਸ਼ੁਰੂ ਤੋਂ ਇਹੀ ਗੱਲ ਕਰਦਾ ਕਿ ਯੂਕੇ ਨੂੰ ਲੋੜ ਹੋਗੀ ਤਾਂ ਉਹਨਾਂ ਸੱਦ ਲਿਆ। ਕਿ ਸਾਡੀ ਲੋੜਾਂ ਪੂਰੀਆਂ ਹੁੰਦੀਆਂ, ਸਾਡੀਆਂ ਇੱਛਾਵਾਂ ਯੂਕੇ ਜਾ ਕੇ ਪੂਰੀਆਂ ਹੁੰਦੀਆਂ? ਤੁਸੀਂ ਕਿਹੜੀਆਂ ਇੱਛਾਵਾਂ ਦੀ ਗੱਲ ਕਰ ਰਹੇ ਹੋ? ਮੈਨੂੰ ਉਹ ਇੱਛਾਵਾਂ ਦੱਸੋ, ਮੈਂ ਤੁਹਾਨੂੰ ਦੱਸ ਦੂੰਗਾ ਪੂਰੀਆਂ ਹੋ ਰਹੀਆਂ ਜਾਂ ਨਹੀਂ ਹੋ ਰਹੀਆਂ। ਪੰਜਾਬ ਦਾ ਬੱਚਾ ਬਾਹਰ ਕਿਉਂ ਜਾਂਦਾ? ਸੁਨਹਿਰੀ ਭਵਿੱਖ ਲਈ ਕਿ ਇੱਥੋਂ ਜਾਵਾਂਗੇ, ਇੱਕ ਤਾਂ ਮੁਲਕ ਚੰਗਾ ਮਿਲੂਗਾ, ਸਾਫ਼ ਸੁਥਰਾ ਮੁਲਕ ਮਿਲੂਗਾ, ਪੜ੍ਹਾਈ ਮਿਆਰੀ ਮਿਲੂਗੀ, ਪੜ੍ਹਾਈ ਦੇ ਨਾਲ 4 ਪੈਸੇ ਕਮਾ ਸਕਦੇ ਆ, ਜੋ ਬੇਬੇ ਬਾਪੂ ਦੇ ਰੀਝਾਂ ਅਸੀਂ ਪੂਰੀਆਂ ਕਰ ਸਕਦੇ ਆ, ਜਾਂ ਜਿਹੜੇ ਸੁਪਨੇ ਅਸੀਂ ਇੱਥੇ ਰਹਿ ਕੇ ਪੂਰੇ ਨਹੀਂ ਕਰ ਸਕਦੇ, ਕਮਾਈਆਂ ਨਹੀਂ ਕਰ ਸਕਦੇ, ਅਸੀਂ ਬਾਹਰ ਜਾ ਕੇ ਡਾਲਰ ਪਾਉਂਡ ਕਮਾ ਕੇ ਅਸੀਂ ਪੂਰੀਆਂ ਕਰ ਸਕਦੇ ਆ। ਸਭ ਤੋਂ ਅਹਿਮ, ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਸਾਨੂੰ ਕੋਈ ਇੱਥੇ ਰਹਿਣ ਬਸੇਰਾ ਮਿਲ ਜਾਊਗਾ, ਕੋਈ ਸੈਟਲਮੈਂਟ ਦੇ ਚਾਂਸਸ ਮਿਲ ਜਾਣਗੇ। ਕੀ ਸਾਰੀ ਗੱਲਾਂ ਪੂਰੀਆਂ ਹੋਣਗੀਆਂ? ਬਿਲਕੁਲ ਮਨੀਸ਼ ਜੀ, ਕਿਉਂ ਨਹੀਂ ਪੂਰੀਆਂ ਹੋਊਗੀਆਂ? ਤੁਸੀਂ ਦੇਖੋ, ਆਪਾਂ ਵਾਰ-ਵਾਰ ਕੈਨੇਡਾ ਦਾ ਜ਼ਿਕਰ ਕਰ ਰਹੇ ਹਾਂ। ਕੈਨੇਡਾ ਨੂੰ ਵਸਾਉਣ ਵਾਲਾ ਕੌਣ ਆ? ਉਹ ਯੂਕੇ ਦੇ ਲੋਕ ਨੇ, ਉਹ ਯੂਰਪ ਦੇ ਲੋਕ ਨੇ। ਕੈਨੇਡਾ ਇੰਡੀਪੈਂਡੈਂਸ ਡੇ ਮਨਾਉਂਦਾ, ਤੁਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੈਨੇਡਾ ਤੇ ਰਾਜ ਕਿਹਨੇ ਕੀਤਾ? ਸੋ ਯੂਕੇ ਹਮੇਸ਼ਾ ਹੀ ਸਟੱਡੀਜ਼ ਦੇ ਮਾਮਲੇ ਦੇ ਵਿੱਚ ਜਾਂ ਆਪਣੇ ਵਿਜ਼ਨ ਦੇ ਮਾਮਲੇ ਦੇ ਵਿੱਚ ਬਾਕੀ ਮਮਾਲਕ ਨਾਲੋਂ ਅੱਗੇ ਕਿਉਂ ਰਿਹਾ? ਇਸੇ ਕਰਕੇ ਰਿਹਾ ਕਿਉਂਕਿ ਯੂਕੇ ਦੇ ਕੋਲ ਹਮੇਸ਼ਾ ਹੀ ਵਿਜ਼ਨ ਰਹੀ ਹੈ। ਯੂਕੇ ਦੇਖੋ, ਆਮ ਬੰਦੇ ਦੇ ਕੋਲ ਪੈਸਾ ਹੁੰਦਾ, ਉਹ ਕੀ ਕਰਦਾ ਕਿ ਕੋਈ ਫਾਰਮ ਹਾਊਸ ਬਣਾ ਲੈਂਦਾ। ਯੂਕੇ ਔਰ ਯੂਰਪ ਦੇ ਲੋਕ ਇਦਾਂ ਦੇ ਨੇ, ਜਦੋਂ ਇਹਨਾਂ ਦੇ ਕੋਲ ਪੈਸਾ ਆਉਂਦਾ ਇਹ ਪੂਰੇ ਦਾ ਪੂਰਾ ਮੁਲਕ ਵਸਾ ਲੈਂਦੇ ਆ। ਯੂਕੇ ਦੇ ਕੋਲ ਹਮੇਸ਼ਾ ਤੋਂ ਵਿਜ਼ਨ ਰਿਹਾ ਕਿ ਮੈਂ ਦੁਨੀਆ ਤੇ ਰਾਜ ਕਰਨਾ। ਜਿਹੜਾ ਫਰਸਟ ਵਰਲਡ ਵਾਰ ਹੋਇਆ, ਸੈਕੰਡ ਵਰਲਡ ਵਾਰ ਹੋਇਆ, ਉਹਦੇ ਵਿੱਚ ਯੂਕੇ ਦਾ ਬੜਾ ਅਹਿਮ ਰੋਲ ਸੀਗਾ। ਸੋ ਜੇ ਉਹਨਾਂ ਦੀ ਸੋਚ ਰਾਜ ਕਰਨ ਦੀ ਹੈਗੀ ਹੈ, ਇਹਦਾ ਮਤਲਬ ਤੁਸੀਂ ਜਾਂ ਮੈਂ ਕਿਉਂ ਨਹੀਂ ਸੋਚ ਲਿਆ ਰਾਜ ਕਰਨ ਬਾਰੇ? ਸੋ ਆਪਾਂ ਗੱਲ ਕਰ ਰਹੇ ਹਾਂ ਐਜੂਕੇਸ਼ਨ ਬਾਰੇ ਕਿ ਉਹਨਾਂ ਦੇ ਐਜੂਕੇਸ਼ਨ ਦਾ ਨਿਜ਼ਾਮ ਕਿੱਦਾਂ ਦਾ ਆ। ਉਹਨਾਂ ਦੀ ਸੋਚ ਜਿਹੜੀ ਹੈ, ਉਹਨਾਂ ਦੇ ਟਾਰਗੇਟਸ, ਉਹਨਾਂ ਦੀ ਵਿਜ਼ਨ ਬਹੁਤ ਜ਼ਿਆਦਾ ਕਲੀਅਰ ਆ। ਸਾਡਾ ਐਜੂਕੇਸ਼ਨ ਸਿਸਟਮ ਇੰਨਾ ਵਧੀਆ ਹੋਣ ਦੇ ਬਾਵਜੂਦ ਵੀ ਸਾਡਾ ਬੱਚਾ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਹੀ ਕਿਉਂ ਕਾਮਯਾਬ ਹੁੰਦਾ? ਕਿਉਂਕਿ ਸਾਡੀ ਐਜੂਕੇਸ਼ਨ ਦੀ ਸੋਚ ਜਿਹੜੀ ਹੈ, ਉਹਦਾ ਦਾਇਰਾ ਅਜੇ ਉਹ ਉਸ ਲੈਵਲ ਤੱਕ ਨਹੀਂ ਪਹੁੰਚਿਆ। ਸੋ ਇਹ ਵਜ੍ਹਾ ਆ ਕਿ ਬੱਚੇ ਨੂੰ ਉੱਥੇ ਜਾਣਾ ਚਾਹੀਦਾ। ਔਰ ਬੇਸਿਕ ਤੁਸੀਂ ਜਿਹੜੀ ਸਹੂਲਤਾਂ ਦੀ ਗੱਲ ਕਰ ਰਹੇ ਹੋ, ਦੇਖੋ ਪਾਉਂਡ ਦਾ ਰੇਟ 90-92 ਪਲੱਸ ਕਿਉਂ ਰਹਿੰਦਾ ਹਮੇਸ਼ਾ? ਉਹਦਾ ਕਾਰਨ ਕੀ ਹੈ ਕਿ ਉਹ ਕੰਟਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਅਮੀਰ ਆ। ਪਰ ਮੈਂ ਕੱਲ ਦੇਖ ਰਿਹਾ ਸੀ ਪਾਉਂਡ ਦਾ ਰੇਟ, ਮੈਂ ਵੀ ਖੁਦ ਹੈਰਾਨ ਰਹਿ ਗਿਆ, 97 ਤੋਂ ਪਲੱਸ ਚੱਲ ਰਿਹਾ ਸੀ ਕੱਲ ਪਾਉਂਡ ਦਾ ਰੇਟ ਜੀ। ਸੋ ਕਾਰਨ ਮੈਂ ਉਹੀ ਦੱਸ ਰਿਹਾ ਕਿ ਉਹ ਕੰਟਰੀਜ਼ ਹੀ ਅਮੀਰ ਨੇ। ਉੱਥੇ ਜਾ ਕੇ ਤੁਹਾਡੀਆਂ ਬੇਸਿਕ ਨੈਸੈਸਿਟੀਜ਼ ਜਿਹੜੀਆਂ ਉਹ ਤਾਂ ਪੂਰੀਆਂ ਹੋ ਹੀ ਜਾਂਦੀਆਂ। ਡਿਊਰਿੰਗ ਸਟੱਡੀ ਤਾਂ ਪੂਰੀਆਂ ਹੋ ਗਈਆਂ ਸੀ। ਕਹਤਾ 20 ਘੰਟੇ ਕੰਮ ਕਰ ਲੂਗਾ ਬੱਚਾ ਜਾ ਕੇ। ਕੈਨੇਡਾ ਜਾਵੇ ਤਾਂ ਵੀ 20 ਘੰਟੇ ਕੰਮ ਕਰਦਾ, ਆਸਟ੍ਰੇਲੀਆ ਜਾਵੇ ਤਾਂ ਵੀ 20 ਘੰਟੇ ਕਰਦਾ, ਨਿਊਜ਼ੀਲੈਂਡ ਜਾਵੇ ਤਾਂ ਵੀ 20 ਘੰਟੇ ਕਰਦਾ, ਯੂਕੇ ਜਾਵੇ ਤਾਂ ਵੀ 20 ਘੰਟੇ ਕਰਦਾ। ਪਰ ਕੈਨੇਡਾ 'ਚ ਪੜ੍ਹਾਈ ਤੋਂ ਬਾਅਦ ਮੁੱਲ ਪੈ ਜਾਂਦਾ ਪੜ੍ਹਾਈ ਦਾ। ਬੱਚੇ ਨੂੰ PR ਮਿਲ ਜਾਂਦੀ ਹੈ। ਆਸਟ੍ਰੇਲੀਆ PR ਮਿਲ ਜਾਂਦੀ, ਭਾਵੇਂ ਥੋੜੀ ਲੇਟ ਸੁਣੀ ਜਾਂਦੀ, ਪਰ PR ਮਿਲ ਜਾਂਦੀ ਹੈ। ਨਿਊਜ਼ੀਲੈਂਡ 'ਚ ਬੱਚਾ ਸੈੱਟ ਹੋ ਜਾਂਦਾ ਹੈ। ਪਰ ਕੀ ਯੂਕੇ 'ਚ ਬੱਚਾ ਸੈੱਟ ਹੋ ਜਾਊਗਾ? ਜਦੋਂ ਮਾਪਿਆਂ ਨਾਲ ਗੱਲ ਕਰਦੇ ਆ ਕਿ ਯੂਕੇ ਭੇਜ ਦਿਓ ਬੱਚੇ ਨੂੰ, ਉਹਦਾ ਸਿੱਧਾ ਜਵਾਬ ਆਉਂਦਾ ਨਹੀਂ ਜੀ ਨਹੀਂ, ਯੂਕੇ ਬੱਚਾ ਸੈੱਟ ਨਹੀਂ ਹੁੰਦਾ। ਸੋ ਜੇ ਬੱਚਾ ਸੈੱਟ ਨਹੀਂ ਹੋਣਾ, 10-12 ਲੱਖ ਰੁਪਏ ਸਾਲ ਦੀ ਫੀਸ ਹੈ, ਜੇ ਡਿਗਰੀ ਕਰਨ ਜਾਵੇ 36 ਲੱਖ ਰੁਪਇਆ ਹੋ ਗਿਆ। ਉੱਥੇ ਰਹਿਣ ਦਾ ਖਰਚਾ ਪਾ ਲਓ 50 ਲੱਖ ਰੁਪਏ ਲਾ ਕੇ ਬੱਚਾ, ਕੀ 50 ਲੱਖ ਰੁਪਇਆ ਲਾ ਕੇ ਬੱਚਾ 3 ਸਾਲ ਬਾਅਦ ਜਾਂ 2 ਸਾਲ ਵਰਕ ਪਰਮਿਟ ਕਰਕੇ ਫਿਰ ਮੁਲਕ ਵਾਪਸ ਆ ਜਾਏ। ਅੱਜ ਬੱਚੇ ਦੀ ਏਜ 24 ਸਾਲ ਆ, 30 ਸਾਲ ਦੀ ਏਜ 'ਚ ਉਹਨੇ ਪੜ੍ਹਾਈ ਖਤਮ ਕੀਤੀ, ਯੂਕੇ ਤੋਂ ਵਾਪਸ ਆ ਗਿਆ। ਗੱਲ ਤਾਂ ਫਿਰ ਉਹੀ ਹੈ ਕਿ ਪਰਨਾਲਾ ਫਿਰ ਉੱਥੇ ਬੱਚੇ ਨੇ 30 ਸਾਲ ਦੀ ਉਮਰ 'ਚ ਸ਼ੁਰੂ ਕਿੱਥੋਂ ਕਰਨਾ ਹੈ? ਫਿਰ ਇੱਥੇ ਨਵਾਂ ਕੰਮ ਸ਼ੁਰੂ ਕਰੇ ਜੀ, ਜਾਂ ਕੋਈ ਸੈਟਲਮੈਂਟ ਮਿਲ ਜਾਊ ਯੂਕੇ 'ਚ ਜੀ। ਸੋ ਮਨੀਸ਼ ਜੀ, ਜਿਹੜੇ ਲੇਟੈਸਟ ਅਪਡੇਟਸ ਆਏ ਹੈਗੇ ਆ ਉਹਦੇ ਵਿੱਚ ਯੂਕੇ ਜੋ ਪਲਾਨ ਕਰ ਰਿਹਾ ਆ ਉਹ PR ਪੁਆਇੰਟ ਬੇਸਿਸ ਦੇ ਉੱਪਰ ਦੇਣ ਨੂੰ ਪਲਾਨ ਕਰ ਰਿਹਾ ਆ। 70 ਬੇਸਿਸ ਦਾ ਉਹ ਪੁਆਇੰਟ ਸਿਸਟਮ ਹੈਗਾ। ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਬੱਚੇ ਨੂੰ ਵਾਪਸ ਹੋਣਾ ਪੈਂਦਾ, ਜਿਹੜੀਆਂ ਨਵੀਆਂ ਅਮੈਂਡਮੈਂਟਸ ਪ੍ਰਪੋਜ਼ਡ ਹੈਗੀਆਂ ਜੇ ਫਾਈਨਲਾਈਜ਼ ਨਹੀਂ ਹੋਈਆਂ, ਸੋ ਉਹਦੇ ਵਿੱਚ ਕੀ ਹੈਗਾ ਕਿ ਉਹਦੇ ਵਿੱਚ ਕੈਪਿੰਗ ਕੋਈ ਨਹੀਂ ਹੈਗੀ। ਤੁਸੀਂ ਜਿੰਨੀ ਦੇਰ ਸਟੱਡੀ ਕਰ ਰਹੇ ਹੋ ਤੁਸੀਂ ਆਪਣਾ ਵੀਜ਼ਾ ਐਕਸਟੈਂਸ਼ਨ ਲੈ ਸਕਦੇ ਹੋ। ਸੋ ਜੇ ਅੱਜ ਤੁਸੀਂ ਯੂਕੇ ਜਾਣ ਬਾਰੇ ਸੋਚ ਰਹੇ ਹੋ, ਕਿਉਂਕਿ ਯੂਰਪੀਅਨ ਯੂਨੀਅਨ ਦੀ ਟ੍ਰੀਟੀ, ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਕਿ ਉਹ ਟੁੱਟੀ ਹੈ,
31 ਦਸੰਬਰ 2020 ਨੂੰ ਉਹ ਜੜੋਂ ਖਤਮ ਹੋ ਜਾਣੀ ਹੈ। ਸੋ ਅੱਜ ਜਿਹੜਾ ਬੱਚਾ ਰਿਸਕ ਲੈ ਕੇ ਜਾ ਰਿਹਾ ਆ, ਸੋ ਉਹਦਾ ਫਿਊਚਰ ਬ੍ਰਾਈਟ ਹੈਗਾ, ਚਾਂਸਸ ਹੈਗੇ ਆ, ਤਾਂ ਹੀ ਅਸੀਂ ਵਾਰ-ਵਾਰ ਇਹ ਗੱਲ ਕਹਿ ਰਹੇ ਹਾਂ, ਕੈਮਰੇ ਦੇ ਸਾਹਮਣੇ ਕਹਿ ਰਹੇ ਹਾਂ। ਔਰ ਇਹ ਚੀਜ਼ ਤੁਸੀਂ ਕੱਲ ਨੂੰ ਕਿਤੇ ਵੀ ਸਾਨੂੰ ਘੜੀ ਸਕਦੇ ਹੋ। ਸੋ ਆਪਾਂ ਯਾਨੀ ਜਿਹੜਾ ਬੱਚਾ ਇੱਥੋਂ ਪੜਨ ਜਾ ਰਿਹਾ ਹੈ ਵਿਜ਼ਨ ਲੈ ਕੇ ਜਾ ਸਕਦਾ ਕਿ ਕੱਲ ਨੂੰ ਪੜ੍ਹਾਈ ਕਰਕੇ ਮੈਂ ਉੱਥੇ ਪੱਕਿਆ ਹੋ ਜਾਊਗਾ ਜੀ। ਉਹਦੇ ਵਿੱਚ ਕੰਡੀਸ਼ਨਸ ਕੀ ਹੈਗੀਆਂ? ਕੰਡੀਸ਼ਨਸ ਕੈਨੇਡਾ 'ਚ ਵੀ ਕੰਡੀਸ਼ਨਸ ਆ, ਆਸਟ੍ਰੇਲੀਆ 'ਚ ਵੀ ਕੰਡੀਸ਼ਨਸ ਆ। ਜੇ ਬੱਚਾ ਕੰਡੀਸ਼ਨਸ ਪੂਰੀਆਂ ਕਰ ਲੈਂਦਾ ਕਿ ਫਿਰ ਪੱਕਾ ਹੋ ਜਾਊਗਾ? ਦੇਖੋ, ਪੱਕਾ ਕੌਣ ਕਰਦਾ? ਸਰਕਾਰਾਂ। ਸਰਕਾਰਾਂ ਨੂੰ ਕੀ ਚਾਹੀਦਾ? ਵੋਟ। ਸਰਕਾਰ ਵੋਟਰਸ ਕਿਉਂ ਚੁਣਦੀ ਹੈ? ਸਰਕਾਰ ਨੂੰ ਵੋਟਰਸ ਕਿਉਂ ਚਾਹੀਦੇ ਆ? ਉਹ ਸਰਕਾਰ ਨੂੰ ਟੈਕਸ ਦਿੰਦੇ ਆ। ਸਰਕਾਰ ਦੀ ਮੇਨ ਇਨਕਮ ਕਿੱਥੋਂ ਆ? ਟੈਕਸਿਸ ਤੋਂ। ਸਰਕਾਰ ਨੂੰ ਟੈਕਸਿਸ ਤੋਂ ਇਲਾਵਾ ਕਿਤੋਂ ਹੋਰ ਇਨਕਮ ਨਹੀਂ ਹੈਗੀ। ਸੋ ਉਹਨੂੰ ਟੈਕਸ ਕੋਈ ਤਾਂ ਦਊਗਾ ਜੇ ਸਰਕਾਰ ਉਹਨੂੰ ਉੱਥੇ ਰਹਿਣ ਦਾ, ਕੰਮ ਕਰਨ ਦਾ ਹੱਕ ਦਊਗੀ। ਸੋ ਉਹ ਹੱਕ ਹੀ ਉਦੋਂ ਮਿਲੂਗਾ ਜਦੋਂ ਪੀਆਰ ਮਿਲ ਜੂਗੀ। ਕਿਉਂਕਿ ਮੰਨ ਲਓ ਕੋਈ ਬੰਦਾ ਯੂਕੇ ਇਲੀਗਲ ਰਹਿ ਰਿਹਾ, ਉਹ ਟੈਕਸਿਸ ਤਾਂ ਪੇ ਹੀ ਨਹੀਂ ਕਰ ਰਿਹਾ। ਸੋ ਸਰਕਾਰ ਨੂੰ ਉਹਦਾ ਉੱਥੇ ਰਹਿਣ ਦਾ ਫਾਇਦਾ ਕੀ? ਫਾਇਦਾ ਹੀ ਨਹੀਂ। ਉਹਨਾਂ ਨੂੰ ਇਹ ਗੱਲ ਦੀ ਸਮਝ ਆ ਕਿ ਇੱਥੇ ਲੋਕਾਂ ਨੇ ਸਾਡੇ ਕੋਲ ਰਹਿਣਾ ਹੀ ਰਹਿਣਾ। ਚਲ ਅੱਛਾ, ਯੂਕੇ ਜਾ ਕੌਣ ਸਕਦਾ? ਆਪਾਂ ਇਸ ਮੁੱਦੇ ਤੇ ਆਈਏ, ਕਿਉਂ ਜਾਣਾ ਹੈ, ਕਿਉਂ ਨਹੀਂ ਜਾਣਾ ਹੈ? ਬੱਚਾ ਆਪ ਸਿਆਣਾ ਹੈ, ਅਸੀਂ ਜਿੰਨੀਆਂ ਗੱਲਾਂ ਕਰ ਸਕਦੇ ਅਸੀਂ ਕਰ ਲੀਆਂ ਜੀ। ਹੁਣ ਜਾ ਕੌਣ ਸਕਦਾ ਹੈ? ਕਿ 12ਵੀਂ ਪਾਸ ਬੱਚਾ ਜਾ ਸਕਦਾ ਹੈ, ਗ੍ਰੈਜੂਏਟ ਜਾ ਸਕਦਾ ਹੈ, ਘੱਟ ਨੰਬਰ ਵਾਲਾ ਜਾ ਸਕਦਾ ਹੈ, ਜਾਂ ਸਕਾਲਰ ਆ ਉਹ ਜਾ ਸਕਦਾ ਹੈ, 7 ਬੈਂਡ ਵਾਲਾ ਜਾ ਸਕਦਾ ਹੈ, ਜਾਂ ਬਿਨਾਂ ਆਇਲਟਸ ਜਾ ਸਕਦਾ ਹੈ? ਯੂਕੇ ਮਨੀਸ਼ ਜੀ ਤਕਰੀਬਨ ਹਰ ਬੱਚਾ ਜਾ ਸਕਦਾ। ਜਿਹੜਾ ਬੱਚਾ ਕੈਨੇਡਾ ਜਾਣਾ ਚਾਹੁੰਦਾ ਉਹ ਯੂਕੇ ਜਾ ਸਕਦਾ। ਜਿਹੜਾ ਬੱਚਾ ਸਿੰਗਾਪੁਰ ਜਾਣਾ ਚਾਹੁੰਦਾ ਉਹ ਵੀ ਯੂਕੇ ਜਾ ਸਕਦਾ। ਔਰ ਇਹ ਸਿਰਫ ਤੇ ਸਿਰਫ ਜਨਵਰੀ ਇਨਟੇਕ ਤੋਂ ਪਹਿਲਾਂ ਚੀਜ਼ ਪੋਸੀਬਲ ਹੈ। ਜਨਵਰੀ ਇਨਟੇਕ ਤੋਂ ਕੁਝ ਚੀਜ਼ਾਂ ਪੋਜ਼ਿਟਿਵ ਨਿਕਲ ਕੇ ਆ ਰਹੀਆਂ, ਕੁਝ ਚੀਜ਼ਾਂ ਨੈਗੇਟਿਵ ਨਿਕਲ ਕੇ ਆ ਰਹੀਆਂ। ਸੋ ਜੇ ਤੁਸੀਂ ਐਲੀਜੀਬਿਲਟੀ ਦੀ ਗੱਲ ਕਰ ਰਹੇ ਹੋ, ਵਿਦਆਊਟ ਆਇਲਸ ਯੂਕੇ ਦੇ ਵਿੱਚ ਆਪਸ਼ਨ ਹੈਗੀ ਹੈ। ਜੇ ਤੁਸੀਂ ਗ੍ਰੈਜੂਏਟ ਹੈਗੇ ਹੋ ਤਾਂ ਕੁਝ ਪ੍ਰੋਗਰਾਮਸ ਦੇ ਵਿੱਚ ਤੁਸੀਂ ਵਿਦਆਊਟ ਆਇਲਸ ਜਾ ਸਕਦੇ ਹੋ, ਕੁਝ ਪ੍ਰੋਗਰਾਮਸ ਦੇ ਵਿੱਚ ਤੁਹਾਨੂੰ ਆਇਲਸ ਜ਼ਰੂਰੀ ਹੈ। +2 ਦੇ ਬੇਸ ਦੇ ਉੱਤੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਲਗਭਗ 80-85% ਚਾਂਸਸ ਹੈਗੇ ਆ ਕਿ ਤੁਹਾਡੀ ਵਿਦਆਊਟ ਆਇਲਸ ਐਡਮਿਸ਼ਨ ਹੋ ਸਕਦੀ ਹੈ। ਉਹਦੇ ਵਿੱਚ ਤੁਹਾਡਾ ਮੀਡੀਅਮ ਆਫ ਇੰਸਟਰਕਸ਼ਨ ਜਿਹੜਾ ਆ ਉਹ ਇੰਗਲਿਸ਼ ਹੋਣਾ ਚਾਹੀਦਾ। ਭਾਵ ਇਹ ਕਿ ਤੁਸੀਂ ਆਪ ਦੀ ਪੜ੍ਹਾਈ ਇੰਗਲਿਸ਼ ਮੀਡੀਅਮ ਸਕੂਲ ਚੋਂ ਕੀਤੀ ਹੋਵੇ ਔਰ ਤੁਹਾਡੇ ਇੰਗਲਿਸ਼ ਦੇ ਵਿੱਚੋਂ 60% ਅਬਵ ਮਾਰਕਸ ਹੋਣ। ਕੁਝ ਯੂਨੀਵਰਸਿਟੀਜ਼ ਦਾ ਥ੍ਰੈਸ਼ਹੋਲਡ 65% ਪਲੱਸ ਆ, ਕਈਆਂ ਦਾ 70% ਪਲੱਸ ਆ। ਜਿਹੜੀ ਮੈਜੋਰਿਟੀ ਯੂਨੀਵਰਸਿਟੀਜ਼ ਤੇ ਕਾਲਜਸ ਹੈਗੇ ਆ ਉਹਨਾਂ ਦਾ ਥ੍ਰੈਸ਼ਹੋਲਡ ਜਿਹੜਾ ਆ ਉਹ 60% ਐਂਡ ਅਬਵ ਆ। ਸੋ ਇਹਦੇ ਵਿੱਚ ਹੁਣ ਆਪਾਂ ਇਹ ਵੀ ਕਹਿ ਕੇ ਚੱਲੀਏ ਕਿ ਪੰਜਾਬ 'ਚ ਇਹ ਵੀ ਪ੍ਰਮੋਸ਼ਨ ਹੋ ਰਹੀ ਹੈ ਕਿ ਜੇਕਰ ਆਈਲਟਸ ਨਹੀਂ ਕੀਤੀ, ਨੰਬਰ ਘੱਟ ਆ, ਭਾਵ ਅੰਗਰੇਜ਼ੀ 'ਚੋਂ 45% ਨੰਬਰ ਰਹਿ ਗਏ, 40% ਰਹਿ ਗਏ, ਕਿ ਉਹ ਵੀ ਹੁਣ ਯੂਕੇ ਜਾ ਸਕਦੇ ਆ। ਸੋ ਕੀ ਸੱਚ ਮੰਨਦੇ ਹੋ? ਦੇਖੋ ਮਨੀਸ਼ ਜੀ, ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਆ, ਵਿਖਾਣ ਵਾਲੇ ਹੋਰ ਹੁੰਦੇ ਆ। ਸੋ ਮਾਰਕੀਟ 'ਚ ਕੌਣ ਕੀ ਕਰ ਰਿਹਾ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਪਰ ਜੋ ਯੂਨੀਵਰਸਿਟੀਜ਼ ਤੋਂ ਸਾਨੂੰ ਈਮੇਲਸ ਮਿਲਦੀਆਂ ਆ, ਜੋ ਉਹਨਾਂ ਦੀਆਂ ਐਂਟਰੀ ਰਿਕੁਆਇਰਮੈਂਟਸ ਹੈਗੀਆਂ ਆ, ਤੁਸੀਂ ਆਪ ਸਿਆਣੇ ਹੋ, ਬੱਚੇ ਬਹੁਤ ਸਿਆਣੇ ਆ ਅੱਜ ਦੀ ਡੇਟ 'ਚ। ਇੰਟਰਨੈਟ ਸਾਰਿਆਂ ਦੇ ਕੋਲ ਆ, ਗੂਗਲ ਸਾਰਿਆਂ ਦੇ ਕੋਲ ਆ। ਸੋ ਤੁਸੀਂ ਆਪ ਗੂਗਲ ਤੇ ਸਰਚ ਕਰ ਸਕਦੇ ਹੋ ਕਿ ਅਸਲ 'ਚ ਐਂਟਰੀ ਰਿਕੁਆਇਰਮੈਂਟਸ ਕੀ ਹੈਗੀਆਂ। ਉਹ ਸਮਾਂ ਗਿਆ ਜਦੋਂ ਤੁਸੀਂ ਬਲਾਈਂਡਲੀ ਇੱਕ ਏਜੰਟ ਦੇ ਉੱਪਰ ਫੇਥ ਕਰ ਸਕਦੇ ਸੀਗੇ। ਪਰ ਕੀ ਬੱਚੇ ਨੂੰ ਹੈਬਿਟਸ ਹੈਗੀਆਂ ਨੇ ਚੈੱਕ ਕਰਨ ਦੀ? ਜੇ ਬੱਚੇ ਨੂੰ ਹੈਬਿਟਸ ਚੈੱਕ ਕਰਨ ਦੀ ਤਾਂ ਬੱਚਾ ਕੰਸਲਟੈਂਟ ਨੂੰ ਕਿਉਂ ਚੁਣਦਾ? ਤਾਂ ਡਿਮਾਂਡ ਆਈ ਦੀ ਡੇਟਸ, ਸਮੇਂ ਦੀ ਲੋੜ ਕੀ ਹੈ, ਸਮੇਂ ਦੀ ਮੰਗ ਕੀ ਹੈ, ਇਹੀ ਸਮੇਂ ਦੀ ਮੰਗ ਆ। ਪਰ ਜੇ ਬੱਚਾ ਇੰਨਾ ਸਿਆਣਾ ਹੋਵੇ, ਆਪਣੀਆਂ ਰਿਕੁਆਇਰਮੈਂਟਸ ਦੇ ਹਿਸਾਬ ਨਾਲ ਆਪਣੀ ਯੂਨੀਵਰਸਿਟੀ ਚੂਜ਼ ਕਰਨ ਜੋਗਾ ਹੋਵੇ, ਤਾਂ ਉਹ ਕੰਸਲਟੈਂਟ ਨੂੰ ਚੂਜ਼ ਕਿਉਂ ਕਰੇ? ਉਹ ਆਪ ਕੰਮ ਸਾਰਾ ਕਰ ਲਿਆ ਆਪਣਾ। ਮਨੀਸ਼ ਜੀ, ਤੁਹਾਡਾ ਦੰਦ ਕਦੇ ਦੁਖਦਾ ਆ ਤੇ ਤੁਸੀਂ ਆਪ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹੋ ਜਾਂ ਡੈਂਟਿਸਟ ਦੇ ਕੋਲ ਜਾਂਦੇ ਹੋ? ਜੇ ਮੈਨੂੰ ਗਿਆਨ ਹੋਊਗਾ ਦੰਦ ਠੀਕ ਕਿਵੇਂ ਕਰਨਾ ਤਾਂ ਸ਼ਾਇਦ ਮੈਂ ਆਪ ਵੀ ਠੀਕ ਕਰ ਸਕਦਾ। ਤੁਸੀਂ ਕਦੇ ਡੈਂਟਿਸਟ ਨੂੰ ਵੇਖਿਆ ਆਪਣਾ ਦੰਦ ਉਹ ਆਪ ਸਹੀ ਕਰਦਾ? ਉਹ ਵੀ ਕਿਸੇ ਹੋਰ ਡੈਂਟਿਸਟ ਦੇ ਕੋਲ ਹੀ ਜਾਊਗਾ। ਭਾਵੇਂ ਕਿ ਆਪਣਾ ਸਿਰ ਕਦੇ ਆਪ ਨਹੀਂ ਗੁੰਦਿਆ ਜਾਂਦਾ ਹੁੰਦਾ। ਆਪਣੀ ਪ੍ਰੋਬਲਮਸ ਦਾ ਸਾਡੇ ਕੋਲ ਹੱਲ ਨਹੀਂ ਹੁੰਦਾ, ਆਪਣੇ ਸਵਾਲਾਂ ਦਾ ਜਵਾਬ ਨਹੀਂ ਹੁੰਦਾ। ਪੂਰੀ ਦੁਨੀਆ ਦੇ ਸਵਾਲਾਂ ਦੇ ਜਵਾਬ ਸਾਡੇ ਕੋਲ ਹੁੰਦੇ ਆ। ਸੋ ਆਪਣੇ ਸਵਾਲ ਲੈ ਕੇ ਅਸੀਂ ਹਮੇਸ਼ਾ ਕਿਸੇ ਹੋਰ ਦੇ ਕੋਲ ਜਾਂਦੇ ਆ, ਕਿਉਂਕਿ ਅਸੀਂ ਆਪਣਾ ਕੋਈ ਵੀ ਕੰਮ ਕਰਨਾ ਆਪਾਂ ਇਮੋਸ਼ਨਲ ਹੋ ਕੇ, ਪੋਜ਼ਿਟਿਵ ਹੋ ਕੇ ਹੀ ਕਰਦੇ ਆ। ਆਪਾਂ ਨੈਗੇਟਿਵ ਚੀਜ਼ ਬਾਰੇ ਸੋਚਦੇ ਹੀ ਨਹੀਂ। ਜ਼ਿੰਦਗੀ ਦੇ ਵਿੱਚ ਨੈਗੇਟਿਵ ਸੋਚਣਾ ਔਰ ਪੋਜ਼ਿਟਿਵ ਸੋਚਣਾ ਦੋਨੇ ਜ਼ਰੂਰੀ ਨੇ। ਜਿਹਨੇ ਪੋਜ਼ਿਟਿਵ ਸੋਚਿਆ ਉਹਨੇ ਜਹਾਜ਼ ਬਣਾਇਆ, ਜਿਹਨੇ ਨੈਗੇਟਿਵ ਸੋਚਿਆ ਉਹਨੇ ਪੈਰਾਸ਼ੂਟ ਬਣਾਇਆ। ਸੋ ਦੋਨੇ ਤਰ੍ਹਾਂ ਦੀ ਸੋਚ ਹੋਣੀ ਬਹੁਤ ਜ਼ਰੂਰੀ ਹੈ। ਸੋ ਬੱਚੇ ਨੂੰ ਕੰਸਲਟੈਂਟ ਦੀ ਲੋੜ ਜ਼ਰੂਰ ਹੈ, ਪਰ ਮੈਂ ਫੇਰ ਇਹ ਗੱਲ ਕਹੂੰਗਾ ਕਿ ਕੰਸਲਟੈਂਟ ਤੇ ਤੁਸੀਂ ਅੰਨਾ ਵਿਸ਼ਵਾਸ ਨਹੀਂ ਕਰ ਸਕਦੇ, ਬਲਾਈਂਡ ਫੇਥ ਕਰਕੇ ਨਹੀਂ ਚੱਲ ਸਕਦੇ।
ਜੇ ਤੁਹਾਨੂੰ ਕੰਸਲਟੈਂਟ ਕੋਈ ਚੀਜ਼ ਕਹਿ ਰਿਹਾ ਤਾਂ ਇੰਟਰਨੈਟ ਦੇ ਉੱਪਰ ਹਰ ਇੱਕ ਚੀਜ਼ ਅਵੇਲੇਬਲ ਹੈ, ਤੁਸੀਂ ਉਹਨੂੰ ਕ੍ਰਾਸ ਚੈੱਕ ਕਰੋ। ਬੱਚੇ ਦਾ ਹੱਕ ਔਰ ਬੱਚੇ ਨੂੰ ਜਾਗਰੂਕ ਹੋਣਾ ਚਾਹੀਦਾ। ਪਰ ਕਈ ਵਾਰ ਕੀ ਹੁੰਦਾ, ਬੱਚਾ ਸਿਰਫ ਆਪਣੀ ਝੂਠੀ ਉਮੀਦ ਦੇ ਚੱਕਰ ਦੇ ਵਿੱਚ ਕੰਸਲਟੈਂਟ ਨੂੰ ਹਾਂ ਕਰ ਬੈਠਦਾ ਹੈ। ਇੱਕ ਤੋਂ ਕੰਸਲਟੈਂਟ ਨਾਲ ਬੈਠਣ ਦਾ ਮੌਕਾ ਮਿਲਿਆ, ਬਹੁਤ ਪੁਰਾਣਾ ਯੂਕੇ ਦਾ ਕੰਮ ਕਰ ਰਿਹਾ ਅਖਬਾਰਾਂ 'ਚ ਇਸ਼ਤਿਹਾਰ ਦੇਖੇ ਕਿ 12ਵੀਂ ਪਾਸ ਬੱਚਾ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਹੈ। ਕੰਸਲਟੈਂਟ ਨਾਲ ਗੱਲ ਕੀਤੀ, ਕਹਿੰਦੇ ਜੀ ਕੋਰੀ ਨਾ ਹੈ, 12ਵੀਂ ਪਾਸ ਬੱਚਾ ਆਪਣੇ ਸਪਾਊਸ ਨੂੰ ਨਾਲ ਲੈ ਕੇ ਨਹੀਂ ਜਾ ਸਕਦਾ। ਹੁਣ ਜਦੋਂ ਅਖਬਾਰਾਂ 'ਚ ਇਸ਼ਤਿਹਾਰ ਆ ਗਏ ਕਿ ਮੈਂ 12ਵੀਂ ਪਾਸ ਬੱਚੇ ਨੂੰ ਸਪਾਊਸ ਨਾਲ ਭੇਜ ਦੂੰਗਾ, ਦੂਜੇ ਪਾਸੇ ਮਾਹਰ ਕਹਿੰਦੇ ਜੀ ਨਹੀਂ ਜਾ ਸਕਦੇ। ਹੁਣ ਜਿਹੜਾ 12ਵੀਂ ਪਾਸ ਬੱਚਾ ਹੈ, ਵਿਆਹਿਆ ਹੈ ਵਿਚਾਰਾ, ਉਹਨੂੰ ਇੱਕ ਝੂਠੀ ਉਮੀਦ ਦੇਗੀ ਕਿ ਹਾਂ ਅਖਬਾਰ 'ਚ ਮੈਂ ਇਸ਼ਤਿਹਾਰ ਪੜ੍ਹਿਆ, ਫਲਾਣੇ ਬੰਦੇ ਨੇ, ਨਰਪਤ ਸਿੰਘ ਬੱਬਰ ਨੇ ਕਹਿਤਾ ਕਿ 12ਵੀਂ ਪਾਸ ਸਪਾਊਸ ਨੂੰ ਨਹੀਂ ਲੈ ਕੇ ਜਾ ਸਕਦਾ, ਮਨੀਸ਼ ਕੁਮਾਰ ਸ਼ਰਮਾ ਨੇ ਕਹਿਤਾ ਜੀ 12ਵੀਂ ਪਾਸ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਹੈ। ਤੇ ਬੱਚੇ ਦੇ ਕੋਲ ਆਪਸ਼ਨ ਕੀ ਹੈ? ਜਾਂ ਤਾਂ 3 ਸਾਲ ਪੜ੍ਹ ਕੇ ਇੱਥੇ ਗ੍ਰੈਜੂਏਸ਼ਨ ਕਰੇ, ਤੇ ਜਾਂ ਜੋ ਮਨੀਸ਼ ਸ਼ਰਮਾ ਨੇ ਐਡ ਦਿੱਤੀ ਹੈ ਉਹਨੂੰ ਵੇਖ ਕੇ ਉਹਦੇ ਕੋਲ ਚਲ ਜਾਏ। ਹੁਣ ਗਾਂ ਅੱਗੇ ਇਹ ਨਹੀਂ ਪਤਾ ਕਿ ਮਨੀਸ਼ ਸ਼ਰਮਾ ਆਪਣੀ ਜਿਹੜੀ ਤਲਵਾਰ ਤਿੱਖੀ ਕਰਕੇ ਬੈਠਾ ਹੈ ਪੈਸਾ ਕਢਾਉਣ ਲਈ, ਤੇ ਜਾਂ ਵਾਕਈ ਜੀ ਮਨੀਸ਼ ਸ਼ਰਮਾ ਨੂੰ ਪਤਾ ਹੈ ਕਿ 12ਵੀਂ ਪਾਸ ਕਿਹੜਾ ਬੱਚਾ ਸਪਾਊਸ ਨਾਲ ਜਾ ਸਕਦਾ ਹੈ, ਤੇ ਨਰਪਤ ਸਿੰਘ ਨੂੰ ਉਸ ਚੀਜ਼ ਦਾ ਗਿਆਨ ਹੀ ਨਹੀਂ ਸੀ, ਇਲਮ ਹੀ ਨਹੀਂ ਉਸ ਚੀਜ਼ ਦਾ। ਸੋ ਇਸ ਕਰਕੇ ਬੱਚਾ ਕਨਫਿਊਜ਼ ਹੈ ਕਿ 12ਵੀਂ ਪਾਸ ਬੱਚਾ ਸਪਾਊਸ ਨਾਲ ਜਾਊਗਾ। ਦੇਖੋ ਮਨੀਸ਼ ਜੀ, ਗੱਲ ਕੀ ਆ ਕਿ ਜੇ ਸਾਡੇ ਵੱਡੇ, ਸਾਡੇ ਸਿਆਣੇ ਸਾਨੂੰ ਕੋਈ ਗੱਲ ਕਹਿ ਦਿੰਦੇ ਆ ਕਿ ਇਸ ਕੰਮ ਦੇ ਵਿੱਚ ਨੁਕਸਾਨ ਆ, ਤਾਂ 2 ਤਰ੍ਹਾਂ ਦੇ ਬੱਚੇ ਹੁੰਦੇ ਆ ਘਰ 'ਚ। ਇੱਕ ਵੱਡਿਆਂ ਦੀ ਗੱਲ ਮੰਨ ਕੇ ਸਮਝ ਲੈਂਦਾ ਕਿ ਬਾਪੂ ਨੇ ਕਿਹਾ ਸੀਗਾ ਤਾਂ ਸੱਚੀਓ ਨੁਕਸਾਨ ਹੋਊਗਾ। ਦੂਜਾ ਕਹਿੰਦਾ ਯਾਰ ਕੀ ਪਤਾ ਮੈਂ ਕੁਝ ਕੱਢ ਲਵਾਂ, ਮੇਰੇ ਬਾਪੂ ਤੋਂ ਨਹੀਂ ਕੱਢ ਹੋਇਆ। ਉਹਨੂੰ ਉਦੋਂ ਅਕਲ ਆਉਂਦੀ ਹੈ ਜਦੋਂ ਨੁਕਸਾਨ ਕਰਵਾ ਲੈਂਦਾ। ਸੋ ਇਹ ਤਾਂ ਸਾਡੇ ਉੱਪਰ ਆ, ਅਸੀਂ ਕੀ ਕਰਨਾ, ਆਪਾਂ ਸਿਆਣੇ ਬੰਦੇ ਦੀ ਗੱਲ ਮੰਨਣੀ ਹੈ ਜਾਂ ਨਹੀਂ ਮੰਨਣੀ। ਪਰ ਕਈ ਵਾਰ ਇਹ ਵੀ ਹੋ ਸਕਦਾ ਕਿ ਉਹ ਜਿਹੜਾ ਬਾਪੂ ਦੀ ਸਲਾਹ ਨਹੀਂ ਮੰਨਦਾ ਪਿਆ, ਸ਼ਾਇਦ ਕੋਈ ਵੀ ਰਸਤਾ ਲੱਭ ਲੇ। ਬਿਲਕੁਲ ਹੋ ਸਕਦਾ ਜੀ, ਕਿਉਂ ਨਹੀਂ ਹੋ ਸਕਦਾ। ਪਰ ਫਿਰ ਮੈਂ ਉਹੀ ਕਹੂੰਗਾ, ਹਰ ਇੱਕ ਚੀਜ਼ ਨੈਟ ਤੇ ਅਵੇਲੇਬਲ ਆ। ਜਿਹੜੀ ਯੂਕੇ ਐਮਬੈਸੀ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈਗੀ ਆ, ਤੁਸੀਂ ਉਹਦੇ ਤੇ ਚੈੱਕ ਕਰੋ, ਪ੍ਰੋਵੀਜ਼ਨ ਹੈਗੀ ਆ। ਜੇ ਪ੍ਰੋਵੀਜ਼ਨ ਹੈਗੀ ਆ ਤਾਂ ਟਰਮਸ ਐਂਡ ਕੰਡੀਸ਼ਨਸ ਕੀ ਨੇ, ਹਰ ਇੱਕ ਚੀਜ਼ ਆਪ ਚੈੱਕ ਕਰੋ। ਫਿਰ ਮੈਂ ਇਹੀ ਕਹੂੰਗਾ ਬਲਾਈਂਡ ਫੇਥ ਨਾ ਕਰੋ। ਅੱਛਾ, ਇੱਕ ਆਖਰੀ ਸਵਾਲ ਪੁੱਛਾਂਗੇ ਤੁਹਾਡੇ ਕੋਲੋਂ, ਉਸ ਤੋਂ ਬਾਅਦ ਫਿਰ ਸਮਾਪਤੀ ਕਰਾਂਗੇ ਪ੍ਰੋਗਰਾਮ ਦੀ। ਅਗਰ ਜੁਪੀਟਰ ਅਕੈਡਮੀ ਦੇ ਕੋਲ ਕੋਈ ਆਉਂਦਾ ਅੱਗੇ ਸਪਲਾਈ ਕਰਨ ਲਈ, ਨਰਪਤ ਸਿੰਘ ਬੱਬਰ ਦੇ ਕੋਲ ਆਉਂਦਾ ਅੱਗੇ ਸਪਲਾਈ ਕਰਨ ਲਈ, ਕਿਹੜੇ ਪ੍ਰੋਫਾਈਲ ਵਾਲੇ ਬੱਚਿਆਂ ਨੂੰ ਤੁਸੀਂ ਕਹਿੰਦੇ ਹੋ ਕਿ ਆ ਜਾਓ ਮੈਂ ਯੂਕੇ ਤੇ ਵੀਜ਼ਾ ਲਵਾ ਦੂੰਗਾ? ਦੇਖੋ ਮਨੀਸ਼ ਜੀ, ਮੈਂ ਪਹਿਲਾਂ ਹੀ ਦੱਸ ਚੁੱਕਾ ਆ ਕਿ ਜਿਹੜੇ ਪ੍ਰੋਫਾਈਲਸ ਦੇ ਮਾਰਕਸ ਚੰਗੇ ਹੈਗੇ ਆ, ਜਿਹੜੇ ਬੱਚਿਆਂ ਦੇ ਮਾਰਕਸ ਚੰਗੇ ਹੈਗੇ ਆ, ਸਪੈਸ਼ਲੀ ਇੰਗਲਿਸ਼ ਲੈਂਗੁਏਜ ਦੇ ਵਿੱਚ ਜੇ ਤੁਹਾਡੇ 60% ਅਬਵ ਹੈਗੇ ਆ, ਫਿਰ ਹੀ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰੋ। ਕਿਉਂਕਿ ਮੈਂ ਇੰਨਾ ਹੌਸਲਾ ਤਾਂ ਰੱਖਦਾ ਕਿ ਜਿਹੜਾ ਬੱਚਾ ਐਲੀਜੀਬਲ ਨਹੀਂ ਹੈ ਉਹਨੂੰ ਮੈਂ ਨਾ ਕਰਨ ਦਾ ਹੌਸਲਾ ਰੱਖਦਾ, ਸੱਚ ਬੋਲਣ ਦਾ ਹੌਸਲਾ ਰੱਖਦਾ। ਕਿਉਂਕਿ ਅੱਜ ਮੈਂ ਕੇਸ ਐਨਰੋਲ ਕਰਵਾ ਲਾਂ ਔਰ ਕੱਲ ਨੂੰ ਮੈਂ ਵੀਜ਼ਾ ਨਾ ਲੈ ਕੇ ਦੇ ਸਕਾਂ ਜਾਂ ਉਹਦੀ ਫਾਈਲ ਜਿਹੜੀ ਆ ਥਰੂ ਨਾ ਕਰਵਾ ਸਕਾਂ। ਸੋ ਮੈਨੂੰ ਆਪਦੇ ਆਪ ਨੂੰ ਇਹ ਚੀਜ਼ ਜਵਾਬਦੇਹੀ ਮੇਰੀ ਹੈਗੀ ਆ ਕਿ ਇਹ ਮੈਂ ਕੀ ਕੀਤਾ। ਮੈਂ ਆਪਣੇ ਆਪ ਦੇ ਨਾਲ ਵੀ ਝੂਠ ਬੋਲਿਆ ਔਰ ਆਪਣੇ ਕਲਾਇੰਟ ਦੇ ਨਾਲ ਵੀ ਝੂਠ ਬੋਲਿਆ। ਸੋ ਜਿਹੜੇ ਬੱਚੇ ਦੇ ਇੰਗਲਿਸ਼ ਦੇ ਵਿੱਚ 60% ਅਬਵ ਮਾਰਕਸ ਹੈਗੇ ਆ, ਇਰਰਿਸਪੈਕਟਿਵ ਆਫ ਦਾ ਫੈਕਟ ਕਿ ਉਹ +2 ਕਲੀਅਰ ਆ ਜਾਂ ਉਹਨੇ ਗ੍ਰੈਜੂਏਸ਼ਨ ਕੀਤੀ ਹੈ, ਜੇ ਉਹਦੇ ਕੋਲ ਇਹ ਚੀਜ਼ ਨਹੀਂ ਹੈਗੀ ਤਾਂ ਉਹਨੇ ਆਇਲਸ ਕੀਤੀ ਹੋਵੇ ਜਾਂ ਉਹਨੇ ਪੀਟੀ ਕੀਤੀ ਹੋਵੇ ਔਰ ਐਜ਼ ਪਰ ਦ ਪ੍ਰੋਗਰਾਮ, ਐਜ਼ ਪਰ ਦ ਕਾਲਜ, ਐਜ਼ ਪਰ ਦ ਯੂਨੀਵਰਸਿਟੀ ਉਹਦੀ ਐਂਟਰੀ ਰਿਕੁਆਇਰਮੈਂਟ ਜਿਹੜੀ ਆ ਉਹ ਪੂਰੀ ਹੁੰਦੀ ਹੋਵੇ। ਸੋ ਜੇ ਕਿਸੇ ਦੇ ਮਾਰਕਸ ਘੱਟ ਨੇ ਤਾਂ ਉਹਨੂੰ ਆਇਲਸ ਦਾ ਸਹਾਰਾ ਲੈਣਾ ਪੈਣਾ। ਜੇ ਕਿਸੇ ਦੇ ਇੰਗਲਿਸ਼ 'ਚ ਮਾਰਕਸ ਚੰਗੇ ਆ ਤਾਂ ਉਹਨੂੰ ਆਇਲਸ ਜਾਂ ਪੀਟੀ ਦੀ ਕੋਈ ਲੋੜ ਨਹੀਂ ਹੈਗੀ। ਸਟੱਡੀ ਗੈਪ ਕਿੰਨਾ ਹੈ ਤੁਹਾਡੀ 12ਵੀਂ ਪਾਸ ਬੱਚਾ ਲਈ? ਕਰੀਬਨ ਮਨੀਸ਼ ਜੀ 2 ਤੋਂ 3 ਸਾਲ। ਮਤਲਬ ਜੇ ਤੁਸੀਂ 17 ਦੇ ਵਿੱਚ ਵੀ +2 ਕੀਤੀ ਹੈ ਤੇ ਕੇਸ ਐਕਸੈਪਟ ਹੋ ਸਕਦਾ, ਐਮਬੈਸੀ ਐਕਸੈਪਟ ਕਰ ਲੈਂਦੀ ਹੈ। ਸੋ ਇਹਦੇ ਵਿੱਚ ਕਿਹਾ ਜਾਂਦਾ ਕਿ ਯੂਕੇ ਜਾਣ ਲਈ ਕ੍ਰੈਡੀਬਿਲਿਟੀ ਇੰਟਰਵਿਊ ਹੁੰਦੀ ਹੈ ਜਿਹੜੀ ਯੂਨੀਵਰਸਿਟੀ ਲੈਂਦੀ ਹੈ ਜੀ। ਕੀ ਉਹ ਇੰਟਰਵਿਊ ਦੀ ਤਿਆਰੀ ਕਰਾਓਗੇ ਤੁਸੀਂ? ਸਰ ਇਹ ਤਾਂ ਹੋਰ ਅਸੀਂ ਦਫ਼ਤਰ ਕੱਲ੍ਹ ਹੀ ਖੋਲ ਕੇ ਬੈਠੇ ਹਾਂ, ਇਸੇ ਕੰਮ ਲਈ ਖੋਲ ਕੇ ਬੈਠੇ ਹਾਂ ਕਿ ਜਿੱਥੇ ਬੱਚੇ ਨੂੰ ਪ੍ਰੋਬਲਮ ਆ ਰਹੀ ਹੈ ਉਹਦਾ ਹੱਲ ਅਸੀਂ ਉਹਨੂੰ ਕਰਕੇ ਦੇਣਾ। ਪਰ ਪ੍ਰੋਬਲਮ ਪਤਾ ਹੈ ਨਰਪਤ ਜੀ ਕੀ ਆ, ਆਪਾਂ ਖੁੱਲ ਕੇ ਗੱਲ ਕਰੀਏ ਇੱਥੇ। ਕਈ ਵਾਰੀ ਠੀਕ ਹੈ ਹੁਣ ਇੰਟਰਵਿਊ ਦੀ ਗੱਲ ਕਰ ਲਈ, ਤੁਸੀਂ ਦਫ਼ਤਰ ਖੋਲ ਕੇ ਬੈਠੇ ਹੋ, 4 ਮੈਡਮਾਂ ਵੀ ਰੱਖੀਆਂ ਹੋਣਗੀਆਂ, ਏਸੀ ਵੀ ਲੱਗਾ ਹੈ, ਪੱਖੇ ਕੂਲਰ ਵੀ ਚੱਲਦੇ ਆ, ਖਰਚੇ ਆਉਂਦੇ ਆ। ਸਾਨੂੰ ਕੋਈ ਇੰਟਰਵਿਊ ਤਿਆਰੀ ਕਰਾਉਣ ਦਾ 25000 ਰੁਪਏ ਦੇ ਜਾਓ, ਤਾਂ ਫਿਰ ਅਸੀਂ ਪ੍ਰੋਸੈਸਿੰਗ ਦੇ ਪੈਸੇ ਕਿਉਂ ਲੈ ਰਹੇ ਹਾਂ? ਜੇ ਇੰਟਰਵਿਊ ਦੇ ਵੱਖਰੇ ਤੁਸੀਂ ਮੱਝ ਲੈਣ ਜਾਂਦੇ ਹੋ ਤਾਂ ਜੇ ਉਹ ਬੰਦਾ ਕਹੇ ਵੀ ਸੰਗਲ ਦੇ ਪੈਸੇ ਵੱਖਰੇ ਲੱਗਣੇ ਆ ਤਾਂ ਉਹ ਤਾਂ ਕੋਈ ਇਨਸਾਫ ਵਾਲੀ ਗੱਲ ਨਹੀਂ ਹੋਈ। ਸੋ ਜਦ ਤੱਕ ਜਹਾਂਗੀਰੀ ਇਨਸਾਫ ਨਹੀਂ ਹੈਗਾ ਤਾਂ ਫਿਰ ਅਸੀਂ ਕੰਮ ਹੀ ਕਿਉਂ ਕਰ ਰਹੇ ਹਾਂ? ਸੋ ਇੰਟਰਵਿਊ ਦੇ ਪੈਸੇ ਵੱਖਰੇ ਕਿਉਂ ਹੋਊਗੇ? ਮੈਨੂੰ ਤਾਂ ਇਹ ਗੱਲ ਸਮਝ ਹੀ ਨਹੀਂ ਲੱਗੀ। ਲੋਕ ਲੈ ਰਹੇ ਮੈਂ ਤਾਂ ਪੁੱਛ ਰਿਹਾ।
ਸਰ ਮੈਨੂੰ ਮੈਂ ਫੇਰ ਤੁਹਾਨੂੰ ਇਹੀ ਗੱਲ ਕਹਿ ਰਿਹਾ, ਮਾਰਕੀਟ 'ਚ ਕੀ ਹੋ ਰਿਹਾ ਮੈਨੂੰ ਤਾਂ ਕੋਈ ਲੈਣਾ ਦੇਣਾ ਨਹੀਂ। ਇਸੇ ਕਰਕੇ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ ਲਓਗੇ ਜਾਂ ਤੁਸੀਂ ਨਹੀਂ ਲਓਗੇ। ਨਹੀਂ, ਮੈਂ ਕਿਉਂ ਲਵਾਂਗਾ ਸਰ? ਮੈਂ ਤੁਹਾਨੂੰ ਕੰਡੈਮ ਕਰ ਰਿਹਾ, ਮੈਂ ਨਾ ਕਰ ਰਿਹਾ ਕਿ ਮੈਂ ਨਹੀਂ ਲਵਾਂਗਾ। ਜੋ ਸਾਡੀ ਪ੍ਰੋਸੈਸਿੰਗ ਫੀਸ ਹੈਗੀ ਆ, ਹਰ ਇੱਕ ਸਰਵਿਸ ਉਹਦੇ ਵਿੱਚ ਆਲਰੇਡੀ ਇਨਕਲੂਡਡ ਆ। ਸਾਨੂੰ ਪਤਾ ਕਿ ਆਹ ਵਾਲੀਆਂ ਸਰਵਿਸਿਜ਼ ਸਾਨੂੰ ਦੇਣੀਆਂ ਪੈਣੀਆਂ, ਅਸੀਂ ਉਸ ਹਿਸਾਬ ਨਾਲ ਤੁਹਾਡੇ ਤੋਂ ਸਰਵਿਸ ਚਾਰजेस ਮੰਗ ਰਹੇ ਹਾਂ। ਉਹ ਵੱਖਰੀ ਗੱਲ ਆ ਕਿ ਮਾਰਕੀਟ 'ਚ ਕੀ ਹੋ ਰਿਹਾ। ਮਾਰਕੀਟ 'ਚ ਬਹੁਤ ਕੁਝ ਹੋ ਰਿਹਾ। ਮਾਰਕੀਟ ਦੇ ਵਿੱਚ ਤਾਂ ਇਹ ਵੀ ਹੋ ਰਿਹਾ ਕਿ ਫੀਸਾਂ ਲੈ ਕੇ ਫੀਸਾਂ ਅੱਗੇ ਪੇ ਨਹੀਂ ਹੋ ਰਹੀਆਂ। ਮੈਂ ਉਸ ਚੀਜ਼ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ, ਪਰ ਮਾਰਕੀਟ 'ਚ ਬਹੁਤ ਕੁਝ ਹੋ ਰਿਹਾ। ਮੈਂ ਸਿਰਫ ਉਸ ਚੀਜ਼ ਲਈ ਕੰਸਰਨ ਆ, ਮੈਂ ਕੀ ਕਰ ਰਿਹਾ, ਮੈਂ ਕੀ ਪੈਸੇ ਚਾਰਜ ਕਰ ਰਿਹਾ, ਮੈਂ ਜੋ ਪੈਸੇ ਚਾਰਜ ਕਰ ਰਿਹਾ ਕਿ ਮੈਂ ਕਲਾਇੰਟ ਨੂੰ ਉਹਦਾ ਰਿਟਰਨ ਦੇ ਰਿਹਾ ਜਾਂ ਨਹੀਂ ਦੇ ਰਿਹਾ। ਠੀਕ ਹੈ, ਚਲੋ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਦਰਸ਼ਕਾਂ ਨੂੰ ਦੱਸ ਦਿਓ ਕਿ ਜੁਪੀਟਰ ਅਕੈਡਮੀ ਤੋਂ ਵੀਜ਼ਾ ਮਾਹਰ ਨਰਪਤ ਸਿੰਘ ਸਾਡੇ ਨਾਲ ਗੱਲਬਾਤ ਕਰ ਰਹੇ ਸੀ। ਯੂਕੇ ਦੀ ਗੱਲਬਾਤ ਚੰਗੀ ਲੱਗੀ ਹੋਵੇ, ਆਪਣੇ ਬੱਚੇ ਨੂੰ ਯੂਕੇ ਭੇਜਣਾ ਚਾਹੁੰਦੇ ਹੋ, 12ਵੀਂ ਪਾਸ ਆ, ਗ੍ਰੈਜੂਏਟ ਆ, ਸਪਾਊਸ ਵੀਜ਼ਾ ਤੇ ਅਪਲਾਈ ਕਰਨਾ ਚਾਹੁੰਦੇ ਹੋ, ਜ਼ਰੂਰ ਜੁਪੀਟਰ ਅਕੈਡਮੀ ਸੰਪਰਕ ਕਰੋ। ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਿਹਾ ਹੈ 9914007711। ਦੁਬਾਰਾ ਨੰਬਰ ਨੋਟ ਕਰ ਲਓ 9914007711। ਇਸ ਨੰਬਰ ਤੇ ਕਾਲ ਕਰੋ ਔਰ ਆਪਣੇ ਬੱਚਿਆਂ ਦੇ ਯੂਕੇ ਜਾਣ ਦੇ ਸੁਪਨੇ ਪੂਰੇ ਕਰੋ। ਇਜਾਜ਼ਤ ਚਾਹੁੰਦੇ ਹਾਂ, ਨਰਪਤ ਜੀ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਸ਼ੁਕਰੀਆ।